हाँ जी, इकनॉमिक्स की वीडियो कंटिन्यू करते असीं करांगे मैजर्स टू कंटेन डिफरेंट डेफिशिट। हाँ जी, किस तरह जो डिफरेंट डेफिशिट आ उन्होंने की है मैजर करते हैं असीं। इन ऑर्डर टू ब्रिज इट्स बजट डेफिशिट गवर्नमेंट कैन अडॉप्ट मेनली टू टाइप्स ऑफ मैजर्स। फर्स्टली गवर्नमेंट में अडॉप्ट एक्सपोनेशनरी मोनेटरी पॉलिसी इन द इकोनॉमी। दो तरह नाल जिहड़ी सरकार आ ठीक आ बच्चे अपना जिहड़ा डेफिशिट बजट आ उहनूं सही कर सकदी आ। ਤਾਂ ਇਹਦੇ ਲਈ ਉਹ ਦੋ ਤਰ੍ਹਾਂ ਦੇ ਜਿਹੜੇ ਪੁਆਇੰਟ ਯੂਜ਼ ਕਰਦੀ ਹੈ। ਇੱਕ ਤਾਂ ਹੈਗੇ ਐਕਸਪੈਂਸ਼ਨਰੀ ਮੋਨੈਟਰੀ ਪਾਲਿਸੀ ਠੀਕ ਆ। ਇਹ ਪਾਲਿਸੀ 'ਚ ਕੀ ਹੁੰਦਾ ਬੇਟਾ ਗਵਰਨਮੈਂਟ ਮੇ ਬੋਰੋ ਫਰੋਮ ਸੈਂਟਰਲ ਬੈਂਕ ਆਫ ਦਾ ਕੰਟਰੀ ਔਨ ਦ ਬੇਸਿਸ ਆਫ ਗਵਰਨਮੈਂਟ ਸਿਕਿਉਰਿਟੀਜ਼ ਔਰ ਟ੍ਰੈਜਰੀ ਬਿੱਲ। ਹਾਂਜੀ, ਸਰਕਾਰ ਆਪਣੀ ਜਿਹੜੀ ਗਵਰਨਮੈਂਟ ਸਿਕਿਉਰਿਟੀ ਹੁੰਦੀ ਹੈ ਜਾਂ ਟ੍ਰੈਜਰੀ ਬਿੱਲ ਹੁੰਦੇ ਆ ਉਹਨੂੰ ਰੱਖ ਕੇ ਜਿਹੜੀ ਕੇਂਦਰ ਬੈਂਕ ਹੁੰਦੀ ਹੈ, ਕੇਂਦਰੀ ਬੈਂਕ ਹੁੰਦੀ ਹੈ, ਸਾਡੀ ਸੈਂਟਰਲ ਬੈਂਕ ਹੁੰਦੀ ਆ, ਉਹਦੇ ਤੋਂ ਕੀ ਹੈ ਲੋਨ ਲੈ ਸਕਦੀ ਆ ਠੀਕ ਆ। ਜਿਹੜੀ ਸੈਂਟਰਲ ਬੈਂਕ ਹੁੰਦੀ ਹੈ ਬੱਚੇ ਇਹ ਜਿਹੜੀਆਂ ਸਿਕਿਉਰਿਟੀਜ਼ ਜਾਂ ਟ੍ਰੈਜਰੀ ਬਿੱਲ ਸਰਕਾਰ ਤੋਂ ਲੈ ਲੈਂਦੀ ਆ ਤੇ ਇਹਦੇ ਬਦਲੇ ਸਰਕਾਰ ਨੂੰ ਕੀ ਆ ਨਵੇਂ ਨੋਟ ਛਾਪ ਕੇ ਦੇ ਦਿੰਦੀ ਆ ਠੀਕ ਆ, ਮਤਲਬ ਕਿ ਮਨੀ ਸਪਲਾਈ ਕਰ ਦਿੰਦੀ ਆ। ਗਵਰਨਮੈਂਟ ਯੂਜ਼ਸ ਦਿਸ ਮਨੀ ਬ੍ਰਿਜਸ ਇਟਸ ਡੈਫਿਸਿਟ। ਜਿਹੜੀ ਸਰਕਾਰ ਆ ਇਹ ਪੈਸੇ ਨਾਲ ਕੀ ਆ ਆਪਣਾ ਜਿਹੜਾ ਵਿੱਤ ਆ ਘਾਟਾ ਜਿਹੜਾ ਉਹਨੂੰ ਪੂਰਾ ਕਰ ਸਕਦੀ ਹੈ ਠੀਕ ਆ। ਦਿਸ ਇਜ਼ ਵਟ ਇਜ਼ ਨੋਨ ਐਜ਼ ਮੋਨੇਟਾਈਜ਼ਿੰਗ ਡੈਫਿਸਿਟ ਤੇ ਇਹਨੂੰ ਅਸੀਂ ਕੀ ਮੋਨੇਟਾਈਜ਼ਿੰਗ ਡੈਫਿਸਿਟ ਦੇ ਨਾਮ ਨਾਲ ਜਾਣਦੇ ਆ। ਸੈਕੰਡਲੀ ਗਵਰਨਮੈਂਟ ਮੇ ਬੋਰੋ ਫਰੋਮ ਦ ਪਬਲਿਕ ਆਫ ਦ ਕੰਟਰੀ। ਦੂਸਰਾ ਜਿਹੜਾ ਕੰਮ ਕਰ ਸਕਦੀ ਹੈ ਸਰਕਾਰ ਉਹ ਇਹ ਕੀ ਆ ਪਬਲਿਕ ਮਤਲਬ ਕਿ ਲੋਕਾਂ ਤੋਂ ਜਿਹੜਾ ਬੋਰੋ ਕਰ ਸਕਦੀ ਹੈ ਠੀਕ ਆ। ਤੇ ਇਹ ਲੋਨ ਨੂੰ ਅਸੀਂ ਕੀ ਕਹਿੰਦੇ ਆ ਜਿਹੜੀ ਸਰਕਾਰ ਪਬਲਿਕ ਤੋਂ ਲੈਂਦੀ ਆ ਉਹਨੂੰ ਅਸੀਂ ਕਹਿੰਦੇ ਆ ਮਾਰਕੀਟ ਲੋਨ ਠੀਕ ਆ ਜੀ। ਇਸ ਤੋਂ ਅੱਗੇ ਡੈਫਿਸਿਟ ਅੰਡਰ ਜਿਹੜੇ ਮੈਜਰਸ ਕੈਨ ਬੀ ਯੂਜ਼ ਟੂ ਕੰਟੇਨ डिफरेंट टाइप्स ऑफ डेफिसिट्स। डिफरेंट टाइप्स ਜਿਹੜੇ ਮੈਜ਼ਰਸ ਕੀਤੇ ਜਾ ਸਕਦੇ ਆ ਮਤਲਬ ਕਿ ਆਪਾਂ ਜਿਹੜੇ ਤਿੰਨ ਪੜ੍ਹੇ ਆ ਪਹਿਲਾਂ ਡੈਫਿਸਿਟ ਕਿਹੜੇ ਹੁੰਦੇ ਆ। ਫਰਸਟ ਜਿਹੜੇ ਮੈਜ਼ਰ ਟੂ ਕੰਟੇਨ ਰੈਵਨਿਊ ਡੈਫਿਸਿਟ ਮਤਲਬ ਕਿ ਜਦੋਂ ਅਸੀਂ ਰੈਵਨਿਊ ਡੈਫਿਸਿਟ ਨੂੰ ਕੰਟਰੋਲ ਕਰਨਾ ਤਾਂ ਕੀ ਕਰ ਸਕਦੇ ਆ। ਗਵਰਨਮੈਂਟ ਮਸਟ ਟੇਕ ਐਫਰਟਸ ਟੂ ਇਨਕਰੀਜ਼ ਇਟਸ ਰੈਵਨਿਊ ਬਾਈ ਇਨਕਰੀਜ਼ਿੰਗ ਬੋਥ ਟੈਕਸ ਰੈਵਨਿਊ ਐਂਡ ਨॉन ਟੈਕਸ ਰੈਵਨਿਊ। ਅਸੀਂ ਪੜ੍ਹ ਚੁੱਕੇ ਆ ਪਹਿਲਾਂ ਠੀਕ ਆ। ਜੇ ਸਰਕਾਰ ਆਪਣੇ ਰੈਵਨਿਊ ਰਿਸੀਟਸ ਵਧਾਉਣੀ ਚਾਹੁੰਦੀ ਹੈ ਤਾਂ ਦੋ ਤਰ੍ਹਾਂ ਨਾਲ ਵਧਾ ਸਕਦੀ ਹੈ, ਚਾਹੇ ਤਾਂ ਉਹ ਟੈਕਸ ਰਿਸੀਟਸ ਵਧਾ ਕੇ ਚਾਹੇ ਨॉन ਟੈਕਸ ਰੈਵਨਿਊ ਵਧਾ ਕੇ ਠੀਕ ਆ। ਨੈਕਸਟ ਕੀ ਕਰ ਸਕਦੀ ਹੈ ਸਰਕਾਰ ਆਪਣੇ ਵੇਸਟਫੁਲ ਜਿਹੜੇ ਖਰਚੇ ਆ ਉਹਨਾਂ ਨੂੰ ਘਟਾ ਕੇ ਕਰ ਸਕਦੀ ਹੈ ਠੀਕ ਆ ਜੀ। ਨੈਕਸਟ ਸਾਡਾ ਆ ਗਿਆ ਕੰਟੇਨ ਫਿਸਕਲ ਡੈਫਿਸਿਟ ਮਤਲਬ ਕਿ ਕਿਸ ਤਰ੍ਹਾਂ ਜਿਹੜੇ ਫਿਸਕਲ ਡੈਫਿਸਿਟ ਆ ਉਹਨੂੰ ਘਟਾ ਸਕਦੀ ਆ ਕੰਟਰੋਲ ਕਰ ਸਕਦੀ ਹੈ। ਗਵਰਨਮੈਂਟ ਸ਼ੁੱਡ ਅਡਾਪਟ ਐਕਸਪੈਂਸ਼ਨਰੀ ਮੋਨੈਟਰੀ ਪਾਲਿਸੀ ਯੂਜ਼ ਕਰਕੇ ਕਰ ਸਕਦੀ ਹੈ। ਇਟ ਸ਼ੁੱਡ ਫਾਈਨਾਂਸ ਫਿਸਕਲ ਡੈਫਿਸਿਟ ਬਾਈ ਰੀਸਟੋਰਿੰਗ to resorting to borrowing from the central government or other internal resources। ਤਾਂ ਸਰਕਾਰ ਜਦੋਂ ਫਿਸਕਲ ਡੈਫਿਸਿਟ ਨੂੰ ਕਿਹੜੇ ਤਰੀਕੇ ਨਾਲ ਕਰ ਸਕਦੀ ਹੈ ਐਕਸਪੈਂਸ਼ਨਰੀ ਮੋਨੈਟਰੀ ਪਾਲਿਸੀ ਨਾਲ ਕਿਸ ਤਰ੍ਹਾਂ ਕਰ ਸਕਦੀ ਹੈ ਕੇਂਦਰ ਸਰਕਾਰ ਜਾਂ ਕਿਸੇ ਹੋਰ ਜਿਹੜੇ ਸਾਡੇ ਅੰਦਰਲੇ ਸਰੋਤ ਤੋਂ ਲੋਨ ਲੈ ਕੇ ਠੀਕ ਹੈ ਬੱਚੇ। ਇਸ ਤੋਂ ਅੱਗੇ ਸਾਡਾ ਨੈਕਸਟ ਪੁਆਇੰਟ ਆ ਗਿਆ Government may resort to disinvestment of its shares in public sector undertakings and other government assets। ਸਰਕਾਰ ਕੀ ਕਰ ਸਕਦੀ ਹੈ ਬੱਚੇ ਜਿਹੜੇ ਉਹਦੇ ਜਿਹੜੇ ਪਬਲਿਕ ਇੰਟਰਪ੍ਰਾਈਜ਼ਸ ਆ ਮੀਨਸ ਕਿ ਕੋਈ ਉਹਦਾ ਜਿਹੜਾ ਸਰਕਾਰੀ ਅਦਾਰਾ ਵਾ ਉਹਨੂੰ ਵੇਚ ਕੇ ਜਿਹੜੇ ਕੀ ਆ ਅੰਡਰਟੇਕਿੰਗ ਸਰਕਾਰ ਆਪਣਾ ਜਿਹੜੀ ਕੋਈ ਵੀ ਐਸਟ ਵੇਚ ਕੇ ਉਹਦੇ ਤੋਂ ਆਪਣਾ ਜਿਹੜਾ ਪੈਸਾ ਲੈ ਸਕਦੀ ਹੈ। ਗਵਰਨਮੈਂਟ ਸ਼ੁੱਡ ਆਲਸੋ ਮੇਕ ਐਫਰਟਸ ਫॉर ਇਨਕਰੀਜ਼ਿੰਗ ਇਟਸ ਰੈਵਨਿਊ ਐਂਡ ਰਿਡਿਊਸਿੰਗ ਐਕਸਪੈਂਡੀਚਰ। ਸਰਕਾਰ ਆਪਣੇ ਜਿਹੜੇ ਵੇਸਟਫੁਲ ਖਰਚੇ ਘਟਾ ਕੇ ਵੀ ਜਿਹੜੇ ਆਪਣੀ ਰੈਵਨਿਊ ਵਧਾ ਸਕਦੀ ਹੈ। ਹਾਂਜੀ, ਪ੍ਰਾਇਮਰੀ ਡੈਫਿਸਿਟ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੀ ਹੈ। ਗਵਰਨਮੈਂਟ ਸ਼ੁੱਡ ਬੋਰੋ ਓਨਲੀ ਦ ਇੰਪੋਰਟੈਂਟ ਐਂਡ ਸਟ੍ਰੈਟੇਜਿਕ ਫੰਕਸ਼ਨਸ। ਸਰਕਾਰ ਆ ਜਿਹੜੇ ਆਪਣੇ ਜਿਹੜੇ ਇੰਪੋਰਟੈਂਟ ਫੰਕਸ਼ਨ ਆ ਉਹਨਾਂ ਲਈ ਹੀ ਲੋਨ ਲਵੇ ਤੇ ਜ਼ਿਆਦਾ ਤੋਂ ਜ਼ਿਆਦਾ ਕੀ ਆ ਆਪਣੇ ਜਿਹੜੇ ਖਰਚੇ ਆ ਉਹ ਆਪਣੇ ਰੈਵਨਿਊ ਤੋਂ ਹੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇ। ਗਵਰਨਮੈਂਟ ਸ਼ੁੱਡ ਆਲਸੋ ਮੇਕ ਐਫਰਟਸ ਫॉर ਇਨਕਰੀਜ਼ਿੰਗ ਇਟਸ ਰੈਵਨਿਊ ਐਂਡ ਰਿਡਿਊਸਿੰਗ ਇਟਸ ਐਕਸਪੈਂਡੀਚਰ। ਸਰਕਾਰ ਦਾ ਜਿਹੜਾ ਮੇਨ ਜਿਹੜਾ ਕਰ ਸਕਦੀ ਹੈ ਸਰਕਾਰ ਉਹਦੇ ਹੱਥ 'ਚ ਕੀ ਹੁੰਦਾ ਵਾ ਵੀ ਉਹ ਆਪਣੇ ਜਿਹੜੇ ਰੈਵਨਿਊ ਵਧਾ ਸਕਦੀ ਹੈ ਤੇ ਦੂਸਰੀ ਸਾਈਡ ਕੀ ਆ ਆਪਣੇ ਵੇਸਟਫੁਲ ਜਿਹੜੇ ਖਰਚੇ ਉਹ ਘੱਟ ਕਰੇ ਠੀਕ ਹੈ ਜੀ। ਹੁਣ ਅਸੀਂ ਕਰਾਂਗੇ ਪ੍ਰੈਕਟੀਕਲ ਜਿਹੜੀ ਇਹਦੀ ਐਗਜ਼ਾਮਪਲ ਹੈ। ਪ੍ਰੈਕਟੀਕਲ ਐਗਜ਼ਾਮਪਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ ਕਿਉਂਕਿ ਜਿੰਨਾ ਤੁਸੀਂ ਪ੍ਰੈਕਟੀਕਲ ਅਟੈਂਪਟ ਕਰੋਗੇ ਉਨੇ ਜ਼ਿਆਦਾ ਤੁਹਾਡੇ ਜਿਹੜੇ ਪੁਆਇੰਟ ਇਨਕਰੀਜ਼ ਹੋਣਗੇ ਠੀਕ ਹੈ ਜੀ। ਨੈਕਸਟ ਸਾਡਾ ਆ ਗਿਆ ਔਨ ਦ ਬੇਸਿਸ ਆਫ ਫੋਲੋਇੰਗ ਇਨਫੋਰਮੇਸ਼ਨ ਸਾਨੂੰ ਗਿਵਨ ਆ। ਇੱਥੋਂ ਅਸੀਂ ਬਜਟ ਡੈਫਿਸਿਟ ਰੈਵਨਿਊ ਡੈਫਿਸਿਟ ਐਂਡ ਫਿਸਕਲ ਡੈਫਿਸਿਟ ਐਂਡ ਪ੍ਰਾਇਮਰੀ ਡੈਫਿਸਿਟ ਆ ਜਿਹੜੇ ਕੈਲਕੂਲੇਟ ਕਰਨਾ ਵਾ ਠੀਕ ਆ। ਇਸ ਤੋਂ ਅੱਗੇ ਸਾਡਾ ਬਜਟ ਡੈਫਿਸਿਟ ਹੁੰਦਾ ਇਹ ਸਾਨੂੰ ਪਤਾ ਹੀ ਹੈ ਬਜਟ ਤੋਂ ਹੀ ਕਲੀਅਰ ਹੋ ਜਾਂਦਾ ਕਿ ਇਹਦੇ ਵਿੱਚ ਅਸੀਂ ਬਜਟ ਐਕਸਪੈਂਡੀਚਰ ਤੇ ਬਜਟ ਰਸੀਟਸ ਲੈਣੇ ਆ। ਮੀਨਸ ਕਿ ਬਜਟ ਐਕਸਪੈਂਡੀਚਰ 'ਚ ਸਾਡੇ ਦੋਨੇ ਹੀ ਜਿਹੜੇ ਐਕਸਪੈਂਡੀਚਰ ਇਨਕਲੂਡ ਹੋਣਗੇ ਚਾਹੇ ਉਹ ਰੈਵਨਿਊ ਐਕਸਪੈਂਡੀਚਰ ਹੋਣ ਚਾਹੇ ਸਾਡੇ ਕੈਪੀਟਲ ਐਕਸਪੈਂਡੀਚਰ ਹੋਣ ਠੀਕ ਆ। ਬਜਟ ਰਸੀਟਸ ਵਿੱਚ ਸਾਡੀਆਂ ਦੋਨੇ ਤਰ੍ਹਾਂ ਦੀਆਂ ਸੀਟਸ ਜਿਹੜੀਆਂ ਇਨਕਲੂਡ ਹੋਣਗੀਆਂ ਤਾਂ ਇਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੋਊਗਾ ਉਹ ਸਾਡਾ ਕੀ ਹੋਊਗਾ ਬਜਟ ਡੈਫਿਸਿਟ। ਕਲੀਅਰ ਜੀ। ਐਸਟੀਮੇਸ਼ਨ ਆਫ ਰੈਵਨਿਊ ਡੈਫਿਸਿਟ 'ਚ ਕੀ ਹੁੰਦਾ ਸਾਡਾ ਰੈਵਨਿਊ ਐਕਸਪੈਂਡੀਚਰ ਵਿੱਚੋਂ ਅਸੀਂ ਰੈਵਨਿਊ ਰਸੀਟਸ ਲੈਸ ਕਰ ਦਿੰਦੇ ਸਾਡਾ ਰੈਵਨਿਊ ਡੈਫਿਸਿਟ ਆ ਜਾਂਦਾ ਵਾ।
ਫਿਜ਼ੀਕਲ ਡੈਫੀਸਿਟ ਅਸੀਂ ਕਿਵੇਂ ਕਰਦੇ ਆ, ਬਜਟ ਐਕਸਪੈਂਡੀਚਰ ਚੋਂ ਅਸੀਂ ਕੀ ਮਾਈਨਸ ਕਰਦੇ ਆ, ਰੈਵਨਿਊ ਰਸੀਟਸ ਲੈਸ ਕਰਦੇ ਆ, ਬਟ ਇਹਦੇ ਵਿੱਚ ਅਸੀਂ ਜਿਹੜੀ ਕੈਪੀਟਲ ਰਸੀਟਸ ਵੀ ਐਡ ਕਰਦੇ ਆ, ਬਟ ਅਸੀਂ ਅਦਰ ਦੈਨ ਬੋਰਿੰਗਸ, ਮਤਲਬ ਕਿ ਪੈਸਾ ਜਿਹੜਾ ਅਸੀਂ ਉਧਾਰ ਲੈਨੇ ਉਹ ਤੋਂ ਬਿਨਾ ਜਿਹੜੇ ਸਾਡੇ ਕੋਲ ਕੈਪੀਟਲ ਰਸੀਟਸ ਹੁੰਦੀਆਂ ਉਹਨੂੰ ਹੀ ਕੈਲਕੂਲੇਟ ਕਰਦੇ ਆ। ਲਾਸਟ ਜਿਹੜਾ ਸਾਡਾ ਬਚ ਜਾਂਦਾ ਵਾ ਪ੍ਰਾਇਮਰੀ ਡੈਫੀਸਿਟ ਅਸੀਂ ਕਿਸ ਤਰ੍ਹਾਂ ਪਤਾ ਕਰਦੇ ਹਾਂ, ਜਿਹੜਾ ਫਿਜ਼ੀਕਲ ਡੈਫੀਸਿਟ ਹੁੰਦਾ ਉਹਦੇ ਵਿੱਚੋਂ ਅਸੀਂ ਇੰਟਰਸਟ ਪੇਮੈਂਟ ਲੈਸ ਕਰ ਦਿੰਦੇ ਆ, ਤੇ ਜਿਹੜੀ ਸਾਡੀ ਬਾਕੀ ਬਚ ਜਾਂਦੀ ਹੈ ਅਮਾਊਂਟ ਉਹ ਸਾਡੀ ਕੀ ਹੋ ਜਾਂਦੀ ਹੈ, ਪ੍ਰਾਇਮਰੀ ਡੈਫੀਸਿਟ। ਆਈ ਹੋਪ ਜਿਹੜਾ ਬੇਟਾ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਨੈਕਸਟ ਵੀਡੀਓ 'ਚ ਅਸੀਂ ਆਪਣਾ ਨੈਕਸਟ ਚੈਪਟਰ ਸ਼ੁਰੂ ਕਰਾਂਗੇ। ਤੁਸੀਂ ਜਿਹੜੇ ਇਹਦੇ ਨਾਲ ਦੇ ਪ੍ਰੈਕਟੀਕਲ ਸਮ ਸੋਲਵ ਕਰ ਲੈਣੇ। ਜੇ ਤੁਹਾਨੂੰ ਨਹੀਂ ਕੋਈ ਸਮਝ ਲੱਗ ਰਿਹਾ ਤਾਂ ਤੁਸੀਂ ਮੈਨੂੰ ਇਨਫੋਰਮ ਕਰਨਾ, ਤਾਂ ਆਪਾਂ ਇਹਦੇ ਲਈ ਇੱਕ ਵੀਡੀਓ ਬਣਾ ਲਾਂਗੇ।